ਅਸੀਂ ਨਹੁੰ ਕੱਟਦੇ ਉਹ ਵਾਲ ਨਹੀਂ ਕੱਟਦੇ, ਹੈ ਨਾ। ਸਭ ਤੋਂ ਪਹਿਲਾ ਕਾਰਨ ਕਿ ਅਸੀਂ ਵਾਲ ਕਿਉਂ ਨਹੀਂ ਕੱਟਦੇ, ਕਿਉਂਕਿ ਉਹਦਾ ਸਿੱਧਾ ਸਟ੍ਰੇਟ ਫਾਰਵਰਡ ਆਨਸਰ ਉਹਦਾ ਇਹ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ। ਜਿਹੜਾ ਨਾਖੂਨਾਂ ਦਾ ਕੱਟਣਾ ਹੈ ਨਾ, ਉਹ ਬੇਸਿਕਲੀ ਐਵੋਲਿਊਸ਼ਨ ਦੀ ਜ਼ਰੂਰਤ ਹੈ। ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸਿੱਖ ਕੋਡ ਆਫ ਕੰਡਕਟ ਹੈ, ਉਹਦੇ ਵਿੱਚ 4 ਬੱਜਰ ਕਰੈਤਾਂ ਨੇ। ਮੁਸਲਮਾਨ ਨੇ ਉਹ ਪਹੁੰਚਾ ਜਿਹੜਾ ਉੱਚਾ ਕਰਕੇ ਪਾਉਂਦੇ ਆ। ਅਗਰ ਉਹ ਪਹੁੰਚਾ ਉੱਚਾ ਪਾ ਰਹੇ, ਨੀਵਾਂ ਪਾ ਰਹੇ, ਤੁਹਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ, ਬਿਕਾਜ਼ ਦੈਟ ਇਜ਼ ਨਾਟ ਹਾਰਮਿੰਗ ਯੂ। ਹਰ ਇੱਕ ਧਰਮ ਦਾ ਆਪਣਾ ਆਪਣਾ ਕੋਡ ਆਫ ਕੰਡਕਟ ਹੈ। ਜਿਸ ਤਰੀਕੇ ਨਾਲ ਹਰ ਇੱਕ ਧਰਮ ਦੀਆਂ, ਹਰ ਇੱਕ ਸੁਸਾਇਟੀ ਦੀਆਂ ਆਪਣੀਆਂ ਮਾਨਤਾਵਾਂ ਹੈ, ਉਸੇ ਤਰੀਕੇ ਨਾਲ ਸਿੱਖਾਂ ਦੀ ਆਪਣੀ ਮਾਨਤਾ ਹੈ। ਕੇਸ ਤੁਹਾਡੇ ਬਾਲਾਂ ਦੇ ਉੱਤੇ ਆ, ਤੁਹਾਡੇ ਭਰਵੱਟਿਆਂ 'ਤੇ ਹੈ, ਆਈਲੈਸ਼ਿਸ 'ਤੇ ਹੈ, ਜਾਂ ਜਿੱਥੇ ਵੀ ਤੁਹਾਡੀ ਬੋਡੀ ਦੇ ਉੱਪਰ ਬਾਲ ਹੈਗੇ ਆ, ਬਕਾਇਦਾ ਉੱਥੇ ਹੀ ਕਿਉਂ ਆ। ਜੋ ਬਾਲ ਕੱਟਦਾ ਆ ਉਹ ਵੀ ਉਹਦੀ ਮਰਜ਼ੀ, ਨਹੀਂ ਕੱਟਣ ਵਾਲਿਆਂ ਦੀ ਆਪਣੀ ਮਰਜ਼ੀ। ਸਭ ਤੋਂ ਪਹਿਲਾ ਕਾਰਨ ਕਿ ਅਸੀਂ ਬਾਲ ਕਿਉਂ ਨਹੀਂ ਕੱਟਦੇ, 2 ਅਲੱਗ-ਅਲੱਗ ਕੁਐਸਚਨ ਹੈ ਨਾ, ਕਿ ਬਾਲ ਕਿਉਂ ਨਹੀਂ ਕੱਟਦੇ ਅਤੇ ਫਿਰ ਅਗਰ ਬਾਲ ਨਹੀਂ ਕੱਟਦੇ ਫਿਰ ਨਹੁੰ ਕਿਉਂ ਕੱਟਦੇ, 2 ਅਲੱਗ-ਅਲੱਗ ਕੁਐਸਚਨ ਹੈ। ਬਾਲ ਕਿਉਂ ਨਹੀਂ ਕੱਟਦੇ, ਕਿਉਂਕਿ ਉਹਦਾ ਸਿੱਧਾ ਸਟ੍ਰੇਟ ਫਾਰਵਰਡ ਆਨਸਰ ਉਹਦਾ ਇਹ ਹੈ ਕਿਉਂਕਿ ਸਾਡੇ ਗੁਰੂ ਦਾ ਇਹ ਹੁਕਮ ਹੈ। ਇਸ ਤੋਂ ਅੱਗੇ ਮੈਨੂੰ ਨਹੀਂ ਲੱਗਦਾ ਕਿ ਇਹਦੀ ਆਪਾਂ ਨੂੰ ਇਲੈਬੋਰੇਟ ਕਰਨ ਦੀ ਲੋੜ ਹੈ। ਕਿਉਂ ਨਹੀਂ ਕਰਨ ਦੀ ਲੋੜ, ਕਿਉਂਕਿ ਪਹਿਲਾਂ ਤਾਂ ਗੁਰਬਾਣੀ ਕਹਿੰਦੀ ਆ, ਪੂਰੇ ਗੁਰੂ ਕਾ ਹੁਕਮ ਨਾ ਮਾਨੇ ਉਹ ਮਨਮੁਖ ਅਗਿਆਨ, ਹੈ ਨਾ। ਸਾਨੂੰ ਸਾਡੇ ਗੁਰੂ ਨੇ ਇੱਕ ਹੁਕਮ ਦੇ ਦਿੱਤਾ, ਆਪਾਂ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰ ਸਕਦੇ ਹੁੰਦੇ, ਬੇਨਤੀ ਵਿੱਚ ਕਿੰਤੂ ਪਰੰਤੂ ਹੋ ਸਕਦੀ ਆ। ਮੈਂ ਤੁਹਾਨੂੰ ਕੁਛ ਰਿਕੁਐਸਟ ਕਰਾਂ, ਤੁਸੀਂ ਮੈਨੂੰ ਕਹਿ ਸਕਦੇ ਹੋ ਨਹੀਂ ਕਿਰਨ ਇਹ ਨਹੀਂ ਠੀਕ ਲੱਗ ਰਿਹਾ, ਇਹਨੂੰ ਆਪਾਂ ਤੂੰ ਕੁਛ ਮੋਲਡ ਕਰ ਲਾ, ਉਹ ਹੋ ਸਕਦਾ। ਪਰ ਜਿਹੜਾ ਹੁਕਮ ਹੋ ਗਿਆ, ਉਸ ਹੁਕਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੁੰਦੀ। ਪਹਿਲੀ ਤਾਂ ਬੜਾ ਸਟ੍ਰੇਟ ਫਾਰਵਰਡ ਜਿਹਾ ਤੁਹਾਡਾ ਆਨਸਰ ਇਹ ਹੈ ਕਿ ਅਗਰ ਤੁਹਾਨੂੰ ਕੋਈ ਪੁੱਛੇ ਤੁਸੀਂ ਬਾਲ ਕਿਉਂ ਨਹੀਂ ਕੱਟਦੇ, ਕਿਉਂਕਿ ਸਾਡੇ ਗੁਰੂ ਦਾ ਹੁਕਮ ਹੈ। ਹੁਣ ਗੁਰੂ ਦੇ ਹੁਕਮ ਦੇ ਅਨੁਸਾਰ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਸਿੱਖ ਕੋਡ ਆਫ ਕੰਡਕਟ ਹੈ, ਉਹਦੇ ਵਿੱਚ 4 ਬੱਜਰ ਕਰੈਤਾਂ ਨੇ, ਹੈ ਨਾ। ਉਹਨਾਂ 4 ਬੱਜਰ ਕਰੈਤਾਂ ਦੇ ਵਿੱਚੋਂ ਜਿਹੜੀ ਇੱਕ ਹੈਗੀ ਆ ਉਹ ਰੋਮਾਂ ਦੀ ਬੇਅਦਬੀ ਆ, ਕਿ ਤੁਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਹੁਣ ਬੱਜਰ ਕਰੈਤ ਉਹ ਹੁੰਦੀ ਆ ਜਿਹਨੂੰ ਪ੍ਰੋਹਿਬਿਸ਼ਨ ਆਪਾਂ ਬੋਲਦੇ ਹਾਂ। ਅਗਰ ਤੁਸੀਂ ਉਹ ਕਰ ਲੈਂਦੇ ਆ, ਯਾਨੀ ਕਿ ਤੁਸੀਂ ਹੁਕਮ ਤੋਂ ਬਾਹਰ ਚਲੇ ਜਾਂਦੇ ਆ, ਔਰ ਜੇ ਤੁਸੀਂ ਹੁਕਮ ਤੋਂ ਬਾਹਰ ਜਾਂਦੇ ਆ ਤਾਂ ਫਿਰ ਤੁਹਾਨੂੰ ਪਰਮਿਸ਼ਨ ਲੈ ਕੇ ਹੀ ਵਾਪਸ ਆਉਣਾ ਪਊਗਾ। ਸੋ ਉਹਦੇ ਵਿੱਚ ਰੋਮਾਂ ਦੀ ਬੇਅਦਬੀ, ਪਰਗਮਨ ਨਹੀਂ ਕਰਨਾ, ਦੈਟ ਮੀਨਸ ਕਿ ਕਿਸੇ ਪਰਾਈ ਇਸਤਰੀ ਜਾਂ ਪਰਾਏ ਮਰਦ ਦਾ ਸੰਗ ਨਹੀਂ ਕਰਨਾ, ਤੰਬਾਕੂ ਜਾਂ ਨਸ਼ੇ ਦਾ ਸੇਵਨ ਨਹੀਂ ਕਰਨਾ, ਕੁੱਠਾ ਨਹੀਂ ਖਾਣਾ। ਇਹ ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ 4 ਬੱਜਰ ਕਰੈਤ ਹੈ। ਹੁਣ ਇਹ ਹੈ ਸਾਡਾ ਸਿੱਖ ਕੋਡ ਆਫ ਕੰਡਕਟ। ਇਹਨੂੰ ਆਪਾਂ ਬੜਾ ਸਿੰਪਲ ਜਿਹੀ ਫਿਲੋਸਫੀ ਦੇ ਵਿੱਚ ਸਮਝੀਏ ਤਾਂ ਇੱਕ ਇਹ ਆ ਕਿ ਇਹ ਸਾਡੇ ਗੁਰੂ ਦਾ ਹੁਕਮ ਹੈ। ਅਸੀਂ ਆਪਣੇ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਜੋ ਸਾਨੂੰ ਸਿੱਖ ਕੋਡ ਆਫ ਕੰਡਕਟ ਦਿੱਤਾ ਗਿਆ, ਅਸੀਂ ਉਹਦੇ ਬਕਾਇਦਾ ਉਹਦੇ ਬਰਾਬਰ ਅਸੀਂ ਚੱਲਦੇ ਹਾਂ। ਸਾਡੇ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੁੰਦਾ ਕਿ ਤੁਸੀਂ ਨਹੁੰ ਨਹੀਂ ਕੱਟਣੇ, ਤਾਂ ਅਸੀਂ ਉਹ ਵੀ ਨਾ ਕੱਟਦੇ, ਪਰ ਉਹਨੇ ਨਹੀਂ ਹੁਕਮ ਦਿੱਤਾ। ਉਹ ਕਿਉਂ ਨਹੀਂ ਦਿੱਤਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਆਪਣੀ ਮੱਤ ਦੇ ਅਕੋਰਡਿੰਗ, ਪਰ ਇਹ ਇੱਕ ਕੋਡ ਆਫ ਕੰਡਕਟ ਦੀ ਗੱਲ ਆ। ਪਹਿਲੀ ਤਾਂ ਜਦੋਂ ਤੁਸੀਂ ਰਣਦੀਪ ਕੌਰ ਜੀ, ਜਦੋਂ ਇਸ ਕੁਐਸਚਨ ਨੂੰ ਤੁਸੀਂ ਡੀਲ ਕਰਨਾ ਤਾਂ ਇਹਨੂੰ ਬੜਾ ਬੇਸਿਕ ਲੈਵਲ ਤੋਂ ਡੀਲ ਕਰਿਓ। ਕੰਪਲੈਕਸਿਟੀਜ਼ ਦੇ ਵਿੱਚ ਆਪਾਂ ਬਾਅਦ ਵਿੱਚ ਜਾਵਾਂਗੇ। ਪਹਿਲਾਂ ਤੋਂ ਬੇਸਿਕ ਆਨਸਰ ਇਹ ਹੈ ਕਿ ਜਿਸ ਤਰੀਕੇ ਨਾਲ ਹਰ ਇੱਕ ਧਰਮ ਦਾ ਆਪਣਾ ਆਪਣਾ ਕੋਡ ਆਫ ਕੰਡਕਟ ਹੈ, ਜਿਸ ਤਰੀਕੇ ਨਾਲ ਹਰ ਇੱਕ ਧਰਮ ਦੀਆਂ, ਹਰ ਇੱਕ ਸੁਸਾਇਟੀ ਦੀਆਂ ਆਪਣੀਆਂ ਮਾਨਤਾਵਾਂ ਹੈ, ਉਸੇ ਤਰੀਕੇ ਨਾਲ ਸਿੱਖਾਂ ਦੀ ਆਪਣੀ ਮਾਨਤਾ ਹੈ। ਔਰ ਸਿੱਖਾਂ ਦੀ ਮਾਨਤਾ ਬਣਾਈ ਕਿਹਨੇ ਹੈ? ਗੁਰੂ ਨੇ। ਔਰ ਗੁਰੂ ਦੇ ਜੋ ਹੁਕਮ ਦੇ ਵਿੱਚੋਂ ਨਿਕਲਿਆ ਉਹ ਸਾਡੀ ਮਾਨਤਾ ਹੈ। ਅਸੀਂ ਇਸ ਕਰਕੇ ਉਹ ਕੰਮ ਕਰਦੇ ਹਾਂ, ਜਾਂ ਅਸੀਂ ਉਹ ਕੰਮ ਦੂਜਾ ਜਿਹੜਾ ਉਹਨਾਂ ਨੇ ਮਨਾ ਕੀਤਾ ਉਹ ਨਹੀਂ ਕਰਦੇ। ਹੁਣ ਇਹ ਜਿਹੜਾ ਹੁਕਮ ਹੈ, ਹੁਣ ਆਪਾਂ ਅੱਗੇ ਗੱਲ ਆਈਏ ਵੀ ਹੁਕਮ ਜਿਹੜਾ ਕਿਉਂ ਹੈ। ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਬੇਨਤੀ ਬਾਰੇ ਤਾਂ ਕਿੰਤੂ ਪਰੰਤੂ ਹੁੰਦਾ ਆ ਕਿ ਉਹਨੇ ਮੇਰੇ ਕੋਲ ਬੇਨਤੀ ਕੀਤੀ, ਕਿਉਂ ਨਹੀਂ ਕੀਤੀ। ਬਟ ਜਿਹੜਾ ਹੁਕਮ ਆ ਨਾ, ਉਹਦੀ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ। ਹੁਕਮ ਹੁੰਦਾ ਆ ਬਸ। ਤੁਹਾਨੂੰ ਕੋਈ ਹੁਕਮ ਦੇ ਦਿੱਤਾ ਗਿਆ ਗੁਰੂ ਨੇ, ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਆਪਣਾ ਹੁਕਮ ਥੋੜ੍ਹਾ ਜਿਹਾ ਦੁਬਾਰਾ ਰਿਵਾਈਜ਼ ਕਰ ਲਾ। ਬੇਨਤੀ ਨੂੰ ਤੁਸੀਂ ਰਿਵਾਈਜ਼ ਕਰਨ ਨੂੰ ਕਹਿ ਸਕਦੇ ਹੋ। ਖੈਰ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਹੁਣ ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਡਾ ਗੁਰੂ ਜਦੋਂ ਸਾਨੂੰ ਇਹ ਹੁਕਮ ਮੰਨਣ ਨੂੰ ਕਹਿ ਰਿਹਾ ਤਾਂ ਉਹ ਕਹਿ ਕੀ ਰਿਹਾ। ਸਭ ਤੋਂ ਵੱਡਾ ਜਿਹਨੂੰ ਆਪਾਂ ਵਾਹਿਗੁਰੂ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਆਪਾਂ ਪਿੱਛੇ ਗੱਲ ਵੀ ਕਰ ਲਈ, ਵਾਹਿਗੁਰੂ ਜਾਂ ਜਿਹੜਾ ਅਕਾਲ ਪੁਰਖ ਹੈ, ਜਿਹੜਾ ਉਹਦਾ ਹੁਕਮ ਹੈ, ਉਹ ਦੇਖੋ ਉਹਨੇ ਤੁਹਾਨੂੰ ਬਣਾ ਕੇ ਭੇਜਿਆ। ਅਗਰ ਪਰਮਾਤਮਾ ਨੂੰ, ਕਿਉਂਕਿ ਤੁਹਾਡੀ ਪੂਰੀ ਬੋਡੀ ਨੂੰ ਅਗਰ ਤੁਸੀਂ ਚੰਗੀ ਤਰ੍ਹਾਂ ਐਨਾਲਾਈਜ਼ ਕਰੋ ਨਾ, ਤੁਹਾਡੀ ਪੂਰੀ ਬੋਡੀ ਕੋਡੀਫਾਈਡ ਹੈ। ਤੁਹਾਡੀ ਪੂਰੀ ਬੋਡੀ ਵਿੱਚ ਕੋਡਸ ਦੇ ਵਿੱਚ ਗੱਲ ਹੈ। ਜਿੱਦਾਂ ਆਪਾਂ ਕੰਪਿਊਟਰ ਦੀ ਮਸ਼ੀਨ ਬਣਾ ਦਿੱਤੀ, ਔਰ ਕੰਪਿਊਟਰ ਦੀ ਮਸ਼ੀਨ ਚੱਲੂਗੀ ਕਿੱਦਾਂ? ਜਿਹੜੇ ਉਹਦੇ ਵਿੱਚ ਜਿਹੜੇ ਪ੍ਰੋਗਰਾਮਸ ਫਿੱਟ ਕੀਤੇ ਗਏ ਹੋਣਗੇ। ਹੁਣ ਤੁਹਾਡੀ ਬੋਡੀ ਦੇ ਵਿੱਚ ਪਰਮਾਤਮਾ ਨੇ ਪ੍ਰੋਗਰਾਮ ਫਿੱਟ ਕੀਤੇ ਹੋਏ ਆ। ਕਿੱਦਾਂ? ਤੁਹਾਡੀ ਆਪਣੇ ਇਹ ਬੜੀਆਂ ਛੋਟੀਆਂ ਗੱਲਾਂ, ਮੈਨੂੰ ਲੱਗਦਾ ਜਿਹੜਾ ਕੋਈ 6ਵੀਂ 7ਵੀਂ ਦਾ ਸਟੂਡੈਂਟ ਹੈ ਨਾ ਬਾਇਓਲੋਜੀ ਦਾ, ਉਹ ਵੀ ਦੱਸ ਦੂਗਾ।
ਪਰ ਜਦੋਂ ਤੁਹਾਡੇ ਪੈਰ ਦੇ ਉੱਪਰ ਕੋਈ ਚੀਜ਼ ਵੱਜਦੀ ਆ ਤੇ ਇਮੀਡੀਏਟਲੀ ਤੁਹਾਨੂੰ ਦਰਦ ਮਹਿਸੂਸ ਹੁੰਦੀ ਆ। ਉਹ ਕਿੱਦਾਂ ਹੁੰਦੀ ਆ, ਤੁਸੀਂ ਕਿਸੇ ਛੋਟੇ ਬੱਚੇ ਕੋਈ ਪੁੱਛ ਲਿਓ, ਤੁਹਾਨੂੰ ਦੱਸ ਦੂਗਾ, ਕਿਉਂਕਿ ਨਿਊਰੋਨਸ ਦੇ ਨਾਲ ਅਸੀਂ ਪੂਰੇ ਦੇ ਪੂਰੀ ਬੋਡੀ ਇੱਕ ਦੂਜੇ ਨਾਲ ਅਟੈਚਡ ਆ ਔਰ ਉਹ ਸਾਡੇ ਦਿਮਾਗ ਨੂੰ ਸਿਗਨਲ ਦਿੰਦਾ। ਸਾਨੂੰ ਕੋਈ ਚੀਜ਼ ਗਰਮ ਲੱਗਦੀ, ਅਸੀਂ ਇੱਕਦਮ ਹੱਥ ਪਿੱਛੇ ਕਰਦੇ ਹਾਂ। ਕਿਉਂ? ਉਹ ਰਿਫਲੈਕਸ ਐਕਸ਼ਨ ਕਿੱਥੋਂ ਆਉਂਦਾ? ਕਿਉਂਕਿ ਸਾਡੀ ਬੋਡੀ ਪ੍ਰੋਗਰਾਮਡ ਹੈ ਇਸ ਤਰੀਕੇ ਨਾਲ, ਉਹ ਪਰਮਾਤਮਾ ਨੇ ਪ੍ਰੋਗਰਾਮਿੰਗ ਕੀਤੀ ਹੋਈ ਆ, ਉਹ ਜਿਹੜੀ ਸੁਪਰੀਮ ਪ੍ਰੋਗਰਾਮਿੰਗ ਹੈ। ਹੁਣ ਜੋ ਇੰਨਾ ਸੁਪਰੀਮ ਹੈ, ਜੋ ਇੰਨਾ ਸਰਵ ਸ੍ਰੇਸ਼ਟ ਹੈ ਕਿ ਉਸਨੇ ਇੰਨੀਆਂ ਸਾਰੀਆਂ ਮੂਰਤਾਂ ਬਣਾਈਆਂ ਔਰ ਉਹਨਾਂ ਦੇ ਵਿੱਚ ਹਰ ਇੱਕ ਤਰੀਕੇ ਦੀ ਉਹ ਜਿਹੜੀ ਕੋਡੀਫਿਕੇਸ਼ਨ ਉਹਦੀ ਕਦੀ ਗਲਤ ਨਹੀਂ ਹੁੰਦੀ, ਹੈ ਨਾ। ਜਿੱਥੇ ਮਾਲ ਫੰਕਸ਼ਨਿੰਗ ਹੁੰਦੀ ਹੈ ਸਾਡੇ ਕਰਕੇ ਹੁੰਦੀ ਹੈ, ਅਸੀਂ ਗੜਬੜ ਕਰਦੇ ਹਾਂ। ਪਰ ਚਲੋ ਉਹਨੇ ਅਗਰ ਤੁਹਾਨੂੰ ਬਾਲ ਦਿੱਤੇ ਆ ਨਾ, ਕੇਸ ਦਿੱਤੇ ਆ, ਤਾਂ ਉਹਨੇ ਕਿਸੇ ਕਾਰਨ ਕਰਕੇ ਦਿੱਤੇ ਆ। ਕੇਸ ਤੁਹਾਡੇ ਬਾਲਾਂ ਦੇ ਉੱਤੇ ਆ, ਤੁਹਾਡੇ ਭਰਵੱਟਿਆਂ 'ਤੇ ਆ, ਆਈਲੈਸ਼ਿਸ 'ਤੇ ਆ, ਜਾਂ ਜਿੱਥੇ ਵੀ ਤੁਹਾਡੀ ਬੋਡੀ ਦੇ ਉੱਪਰ ਬਾਲ ਹੈਗੇ ਆ, ਬਕਾਇਦਾ ਉੱਥੇ ਹੀ ਕਿਉਂ ਆ, ਹੈ ਨਾ। ਤੁਸੀਂ ਦੇਖੋ ਮੱਥੇ ਦਾ ਇੱਥੇ ਕਿਉਂ ਨਹੀਂ ਆ, ਉਹਦਾ ਕੋਈ ਨਾ ਕੋਈ ਤਾਂ ਰੀਜ਼ਨ ਹੋਊਗਾ ਨਾ, ਉਹਦੀ ਕੋਈ ਨਾ ਕੋਈ ਕੋਡੀਫਿਕੇਸ਼ਨ ਤਾਂ ਉਹਨੇ ਕੀਤੀ ਹੋਊਗੀ ਨਾ। ਹੁਣ ਮੈਂ ਅਗਲੀ ਗੱਲ ਕਰੂੰਗੀ ਨਾ, ਇਹਨੂੰ ਗਲਤੀ ਨਾਲ ਵੀ ਜਿਹੜੀ ਮੈਂ ਪਹਿਲੀ ਗੱਲ ਕਰ ਲਈ ਕੋਡ ਆਫ ਕੰਡਕਟ ਦੀ, ਉਹਦੇ ਨਾਲ ਰਲਾ ਕੇ ਨਾ ਦੇਖਿਓ। ਇਹ ਥੋੜ੍ਹੀ ਜਿਹੀ ਹਟ ਕੇ ਗੱਲ ਆ। ਗੱਲ ਕੀ ਆ, ਜਿਹੜੇ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਸਾਨੂੰ ਨਹੁੰ ਕਿਉਂ ਕੱਟਣੇ ਪੈਂਦੇ ਆ, ਹੈ ਨਾ, ਔਰ ਬਾਲ ਕਿਉਂ ਨਹੀਂ ਕੱਟਦੇ, ਉਹ ਹੋ ਗਿਆ। ਦੇਖੋ ਜਿਹੜੇ ਡੈੱਡ ਬਾਲ ਆ, ਹੈ ਨਾ, ਜਦੋਂ ਆਪਾਂ ਕੰਘਾ ਕਰਦੇ ਹਾਂ, ਜਦੋਂ ਆਪਾਂ ਆਪਣੇ ਬਾਲ ਵਾਹੁੰਦੇ ਹਾਂ, ਅਤੇ ਜਿਹੜੇ ਡੈੱਡ ਬਾਲ ਆ ਉਹ ਆਪਣੇ ਆਪ ਗਿਰ ਜਾਂਦੇ ਆ। ਨਾਖੂਨ ਤੁਹਾਡੇ ਲੰਬੇ ਹੁੰਦੇ ਜਾਂਦੇ ਆ, ਪਰ ਉਹ ਇੱਕਦਮ ਡਿੱਗਦੇ ਨਹੀਂ। ਡਿੱਗਦੇ ਕਦੋਂ ਆ? ਜਦੋਂ ਕਿਸੇ ਚੀਜ਼ ਨਾਲ ਅੜ ਜਾਂਦੇ ਆ, ਉਦੋਂ ਟੁੱਟ ਜਾਂਦੇ ਆ। ਫਿਰ ਤੁਹਾਡੇ ਜਿੱਥੋਂ ਮਰਜ਼ੀ ਉਹ ਟੁੱਟਣ 'ਤੇ ਉੱਥੋਂ ਦਰਦ ਦਿੰਦੇ ਆ, ਹੈ ਨਾ। ਹੁਣ ਇਹਦਾ ਕਾਰਨ ਕੀ ਆ? ਇਹਦਾ ਕਾਰਨ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਬਾਲ ਵਾਹੁੰਦੇ ਹੋਏ ਜਿਹੜੇ ਡੈੱਡ ਬਾਲ ਆ ਉਹ ਡਿੱਗ ਜਾਂਦੇ ਆ। ਨਾਖੂਨ ਡੈੱਡ ਹੋ ਕੇ ਬੇਸ਼ੱਕ ਵੱਧਦੇ ਰਹਿੰਦੇ ਆ। ਹੁਣ ਕੋਈ ਅਗਲਾ ਸਵਾਲ ਤੁਹਾਨੂੰ ਇਹ ਕਰ ਸਕਦਾ ਕਿ ਜਿਹੜੇ ਨਾਖੂਨ ਆ ਉਹ ਵੀ ਜਦੋਂ ਡੈੱਡ ਹੋਣਗੇ ਆਪਣੇ ਆਪ ਟੁੱਟ ਜਾਣਗੇ? ਨਹੀਂ। ਜਾਂ ਬਾਲ ਜਿਹੜੇ ਆ ਉਹ ਵੀ ਡੈੱਡ ਹੁੰਦੇ ਆ। ਬਹੁਤੇ ਲੋਕ ਇਹ ਕਹਿੰਦੇ ਬਾਲ ਵੀ ਡੈੱਡ ਹੁੰਦੇ ਆ ਜੀ, ਉਹਨਾਂ ਨੂੰ ਵੀ ਕੱਟੋ ਪਤਾ ਨਹੀਂ ਲੱਗਦਾ। ਬਾਲ ਜਿਹੜੇ ਆ ਜਦੋਂ ਤੁਹਾਡੇ ਵੱਧ ਰਹੇ ਆ ਨਾ, ਜੇ ਤੁਹਾਨੂੰ ਉਹ ਲੱਗਦਾ ਹੈ ਡੈੱਡ, ਤਾਂ ਉਹਨਾਂ ਦਾ ਰੰਗ ਬਦਲਣਾ ਚਾਹੀਦਾ ਸੀਗਾ। ਤੁਹਾਡੀ ਬੋਡੀ ਦੇ ਵਿੱਚ ਜਿਹੜੀ ਵੀ ਚੀਜ਼ ਡੈੱਡ ਹੋ ਜੂਗੀ ਨਾ, ਉਹਦਾ ਰੰਗ ਬਦਲ ਜੂਗਾ। ਤੁਹਾਡੀ ਡੈੱਡ ਸਕਿਨ ਹੋਊਗੀ, ਰੰਗ ਬਦਲ ਜੂਗਾ। ਤੁਹਾਡੀ ਅਗਰ ਜਿੱਦਾਂ ਆਪਣੇ ਹੱਥਾਂ ਦੇ ਵਿੱਚ ਵੀ ਕਈਆਂ ਦੇ ਰੱਟਣ ਜੇ ਪੈ ਜਾਂਦੇ ਆ, ਹੈ ਨਾ, ਤਾਂ ਉਹਨਾਂ ਦਾ ਵੀ ਰੰਗ ਬਦਲ ਜਾਊਗਾ। ਤੁਹਾਡੇ ਜਦੋਂ ਨਾਖੂਨ ਹੈ ਉਹ ਜਦੋਂ ਵੱਡੇ ਹੁੰਦੇ ਆ ਨਾ, ਤਾਂ ਉਹਨਾਂ ਦਾ ਅੱਗੋਂ ਰੰਗ ਬਦਲ ਜਾਂਦਾ। ਤੁਹਾਡੇ ਪੂਰਾ ਨਾਖੂਨ ਅਤੇ ਜਿਹੜਾ ਅੱਗੋਂ ਵਧਿਆ ਹੋਇਆ ਹੁੰਦਾ ਉਸ ਦਾ ਰੰਗ ਡਿਫਰੈਂਟ ਹੁੰਦਾ, ਉਹ ਵਾਈਟ ਹੋ ਜਾਂਦਾ। ਬੇਸਿਕਲੀ ਉਹ ਡੈੱਡ ਹੈ। ਤੁਹਾਡੇ ਵਾਲਾਂ ਦਾ ਰੰਗ ਨਹੀਂ ਬਦਲਦਾ, ਦੈਟ ਮੀਨਸ ਕਿ ਉਹ ਡੈੱਡ ਨਹੀਂ ਹੁੰਦੇ। ਹਾਂ, ਕਿਉਂਕਿ ਉਹ ਪ੍ਰੋਟੀਨ ਦੇ ਸਟ੍ਰੈਂਡਸ ਆ, ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ, ਮਾਸ ਨਹੀਂ ਹੈਗਾ ਉਹਦੇ ਵਿੱਚ, ਹੈ ਨਾ। ਅਤੇ ਇਸ ਕਰਕੇ ਤੁਹਾਨੂੰ ਕਟਿੰਗ ਦਾ ਤੁਹਾਨੂੰ ਦਰਦ ਨਹੀਂ ਹੁੰਦੀ। ਦਰਦ ਹੁੰਦੀ ਫਿਰ ਤੁਸੀਂ ਕੱਟਣੇ ਵੀ ਨਹੀਂ ਸੀਗੇ। ਪਰ ਇਹ ਗੱਲ ਜਿਹੜੀ ਆ ਉਹ ਸਮਝਣ ਵਾਲੀ ਆ, ਹੈ ਨਾ। ਉਸ ਤੋਂ ਜਿਹੜੀ ਅਗਲੀ ਗੱਲ ਹੈ ਉਹ ਆ ਕਿ ਜਿਹੜਾ ਵਾਲਾਂ ਦਾ ਕੱਟਣਾ, ਹੈ ਨਾ, ਜਾਂ ਨਾ ਕੱਟਣਾ, ਉਹ ਹੁਕਮ ਦੇ ਉੱਪਰ ਡਿਪੈਂਡ ਕਰਦਾ। ਸਾਨੂੰ ਹੁਕਮ ਨਹੀਂ ਹੈ ਵਾਲ ਕੱਟਣ ਦਾ। ਜਿਹੜਾ ਨਾਖੂਨਾਂ ਦਾ ਕੱਟਣਾ ਹੈ ਨਾ, ਉਹ ਬੇਸਿਕਲੀ ਐਵੋਲਿਊਸ਼ਨ ਦੀ ਜ਼ਰੂਰਤ ਹੈ। ਇਸ ਗੱਲ ਨੂੰ ਸਮਝਿਓ ਜੀ। ਤੁਸੀਂ ਨਾਖੂਨ ਇਸ ਕਰਕੇ ਕੱਟਦੇ ਹੋ ਕਿਉਂਕਿ ਤੁਸੀਂ ਹੁਣ ਐਜ਼ ਅ ਇਵੋਲਵਡ ਹਿਊਮਨ ਬੀਇੰਗ ਸ਼ਹਿਰਾਂ 'ਚ ਰਹਿ ਰਹੇ ਹੋ। ਜੇ ਆਪਾਂ ਜੰਗਲਾਂ 'ਚ ਰਹਿ ਰਹੇ ਹੁੰਦੇ ਬਾਕੀ ਮੈਮਲਸ ਦੇ ਵਾਂਗੂ, ਹੈ ਨਾ, ਫਿਰ ਸਾਨੂੰ ਵੀ ਲੋੜ ਨਹੀਂ ਸੀ ਪੈਣੀ। ਹੁਣ ਇਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਲਿਓ ਜੇ। ਜਿੰਨੇ ਵੀ ਕੈਟਸ ਜਾਂ ਡੋਗਸ ਜਾਂ ਜਿਹੜੇ ਵੀ ਮੈਮਲਸ ਜਿਹੜੇ ਆਪਣੇ ਰਹਿੰਦੇ ਨੇ ਉੱਥੇ ਜੰਗਲਾਂ ਦੇ ਵਿੱਚ ਰਹਿੰਦੇ ਆ, ਉਹਨਾਂ ਦਾ ਉੱਥੇ ਉਹੋ ਜਿਹੇ ਕੰਮ ਕਰਦੇ ਉਹਨਾਂ ਦੇ ਆਪਣੇ ਜਿਹੜੇ ਨਾਖੂਨ ਆ ਨਾ, ਉਹ ਘਿਸਦੇ ਰਹਿੰਦੇ ਆ। ਔਨ ਦ ਕੰਟਰਰੀ, ਜਿਹੜੇ ਤੁਸੀਂ ਆਪਣੇ ਘਰ ਪੈਟਸ ਰੱਖਦੇ ਹੋ, ਚਾਹੇ ਉਹ ਤੁਸੀਂ ਬਿੱਲੀ ਰੱਖ ਲਓ, ਚਾਹੇ ਉਹ ਕੁੱਤਾ ਰੱਖ ਲਓ, ਤੁਹਾਨੂੰ ਇੰਨਾ ਕੁ ਤੁਹਾਡੀ ਇਹ ਪਤਾ ਵੀ ਹੋਊਗਾ ਜਿਹੜੇ ਰੱਖਦੇ ਆ, ਤੁਹਾਨੂੰ ਬਿੱਲੀਆਂ ਵਾਸਤੇ ਖਾਸ ਤੌਰ 'ਤੇ ਜਿਹੜਾ ਉਹ ਸਕ੍ਰੈਚ ਪੋਸਟ ਹੁੰਦਾ ਨਾ, ਉਹ ਲੈਣਾ ਪੈਂਦਾ। ਜੇ ਨਹੀਂ ਤਾਂ ਤੁਹਾਡੇ ਫਰਨੀਚਰ ਨੂੰ ਸਕ੍ਰੈਚ ਕਰਕੇ ਕਿਉਂਕਿ ਜਿਹੜੇ ਉਹਨਾਂ ਦੇ ਨਾਖੂਨ ਹੈ ਉਹ ਅੱਗੋਂ ਉਹ ਲੰਬੇ ਹੁੰਦੇ ਜਾਂਦੇ ਆ, ਡੈੱਡ ਹੁੰਦੇ ਜਾਂਦੇ ਆ। ਉਹ ਉਹਨਾਂ ਦੀ ਇੱਕ ਤਾਂ ਤੁਰਨ ਦੇ ਵਿੱਚ ਵੀ ਪ੍ਰੋਬਲਮ ਦਿੰਦੇ ਆ। ਦੂਸਰੀ ਗੱਲ, ਜਿਹੜਾ ਉਹਨਾਂ ਨੇ ਆਪਣੇ ਕੰਮ ਜਿਹੜੇ ਵੀ ਕਰਨੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਪ੍ਰੋਬਲਮ ਦਿੰਦੇ ਆ। ਤੀਸਰੀ ਗੱਲ, ਉਹ ਡੈੱਡ ਆ। ਹੁਣ ਉਹਨਾਂ ਕੋਲ ਉਹਨਾਂ ਤੋਂ ਨਿਜਾਤ ਪਾਉਣ ਦਾ ਕੋਈ ਰਾਹ ਹੈ ਨਹੀਂ। ਇਨਸਾਨ ਜਿੱਥੋਂ ਤੁਰਿਆ ਔਰ ਜਿੱਥੋਂ ਤੱਕ ਪਹੁੰਚਿਆ, ਇਨਸਾਨ ਨੇ ਵੀ ਆਪਣੇ ਹੱਥਾਂ ਨੂੰ ਬਹੁਤ ਸੋਹਲ ਬਣਾ ਲਿਆ। ਕਿਉਂਕਿ ਇੱਕ ਤਾਂ ਆਪਾਂ ਹੱਥਾਂ ਦੇ ਨਾਲ ਤੁਰਦੇ ਨਹੀਂ, ਦੂਸਰੀ ਗੱਲ ਆਪਾਂ ਆਪਣੇ ਹੱਥਾਂ ਦਾ ਬਹੁਤ ਜਿਹੜਾ ਧਿਆਨ ਰੱਖਦੇ ਹਾਂ। ਸਾਡੇ ਬੜੇ ਛੋਟੇ ਕੰਮ ਹੋ ਗਏ। ਹੁਣ ਤੁਸੀਂ ਇਹ ਸੋਚੋ, ਤੁਹਾਡੇ ਨਾਖੂਨ ਵੱਧਦੇ ਜਾਣ ਅਤੇ ਇੰਨੇ ਹੋ ਜਾਣ ਤਾਂ ਤੁਸੀਂ ਆਪਣਾ ਪੈਨ ਕਿੱਦਾਂ ਫੜੋਗੇ? ਓਬਵੀਅਸਲੀ ਤੁਹਾਨੂੰ ਕੱਟਣੇ ਪੈਣਗੇ। ਸੋ ਜਿਹੜਾ ਨਾਖੂਨ ਕੱਟਣਾ ਹੈ ਨਾ, ਉਹ ਐਵੋਲਿਊਸ਼ਨ ਦੀ ਜ਼ਰੂਰਤ ਹੈ। ਜਿਹੜੇ ਬਾਲਾਂ ਦੀ ਗੱਲ ਆ, ਬਾਲ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਅੜਚਨ ਪੈਦਾ ਹੀ ਨਹੀਂ ਕਰਦੇ। ਤੁਹਾਡੇ ਬਾਲ ਚਾਹੇ ਜਿੰਨੇ ਮਰਜ਼ੀ ਲੰਬੇ ਹੋਣ,
ਕਦੀ ਨਹੀਂ ਹੋਊਗਾ ਕਿ ਤੁਸੀਂ ਪੈਨ ਨਹੀਂ ਫੜ ਸਕਦੇ ਜਾਂ ਤੁਸੀਂ ਤੁਰ ਨਹੀਂ ਸਕਦੇ। ਤੁਸੀਂ ਜਿੰਨੇ ਮਰਜ਼ੀ ਲੰਬੇ ਵਾਲ ਆ ਤੁਸੀਂ ਬੰਨ੍ਹ ਸਕਦੇ ਆ, ਔਰ ਗੁਰੂ ਪਾਤਸ਼ਾਹ ਨੇ ਦਸਤਾਰ ਦਿੱਤੀ ਹੈ ਉਹਨਾਂ ਨੂੰ ਸੰਭਾਲ ਕੇ ਰੱਖਣ ਲਈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਵਾਲ ਅਤੇ ਨਾਖੂਨ ਹੈ ਨਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਆ। ਜਿਹੜਾ ਵੀ ਤੁਹਾਨੂੰ ਇਹ ਸਵਾਲ ਕਰੇ, ਤੁਹਾਡੇ ਕੋਲ ਆਈ ਥਿੰਕ ਇਨਫ ਮਟੀਰੀਅਲ ਹੈ। ਪਹਿਲੀ ਗੱਲ ਤੁਸੀਂ ਉਹਨਾਂ ਨੂੰ ਕਹੋ ਕਿ ਸਾਡਾ ਹੁਕਮ ਹੈ। ਦੂਸਰੀ ਗੱਲ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਜਿਹੜੇ ਨਾਖੂਨ ਕੱਟਣਾ ਆ ਇਹ ਐਵੋਲਿਊਸ਼ਨ ਦੀ ਗੱਲ ਹੈ, ਇਹ ਤੁਹਾਡੀ ਜ਼ਰੂਰਤ ਹੈ, ਕਿਉਂਕਿ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਦਾ ਬਣਾ ਲਿਆ। ਨਾਖੂਨ ਵਧਣੇ ਹੀ ਵਧਣੇ ਆ, ਪਰ ਉਹ ਵੱਧਦੇ ਜਾਣਗੇ, ਅਗਰ ਡਿੱਗਣਗੇ ਨਹੀਂ ਜਾਂ ਤਾਂ ਟੁੱਟਣਗੇ ਕਿਸੇ ਚੀਜ਼ 'ਚ ਅੜ ਕੇ, ਫਿਰ ਪੇਨ ਹੋਊਗੀ, ਫਿਰ ਤੁਸੀਂ ਕੰਮ ਨਹੀਂ ਕਰ ਪਾਓਗੇ। ਜੇ ਤੁਸੀਂ ਉਹਨਾਂ ਨੂੰ ਕੱਟਦੇ ਹੀ ਨਹੀਂ ਹੋ, ਫਿਰ ਤੁਸੀਂ ਕਿੱਦਾਂ ਕੰਮ ਕਰੋਗੇ? ਔਰ ਬਾਲਾਂ ਦਾ ਤੁਹਾਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਦਿੰਦੇ, ਕਿਉਂਕਿ ਬਾਲ ਜਿਹੜੇ ਆ ਉਹਨਾਂ ਦਾ ਐਵੋਲਿਊਸ਼ਨ ਦੇ ਨਾਲ ਐਜ਼ ਇਟ ਇਜ਼ ਕੋਈ ਰੌਲਾ ਨਹੀਂ ਹੈ ਨਾ। ਇਹ 2-3 ਗੱਲਾਂ ਤੁਸੀਂ ਕਰ ਸਕਦੇ ਹੋ। ਔਰ ਜਿਹੜੀ ਫਾਈਨਲ ਗੱਲ ਉਹ ਸਾਡਾ ਕੋਡ ਆਫ ਕੰਡਕਟ ਹੈ।